27 ਸਤੰਬਰ ਦੇ ਸੈਸ਼ਨ ਨੂੰ ਲੈ ਕੇ ਵੀ ਸ਼ੁਰੂ ਹੋਈ ਤਕਰਾਰ। ਰਾਜਪਾਲ ਨੇ ਇਜਲਾਸ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਮੰਗੀ ਬਿਜ਼ਨਸ ਡਿਟੇਲ। ਵਿਧਾਨ ਸਭਾ ਸਕੱਤਰ ਨੂੰ ਬਿਜ਼ਨਸ ਡਿਟੇਲ ਦੇਣ ਦੇ ਲਈ ਕਿਹਾ। ਰਾਜਪਾਲ ਦੇ ਵੱਲੋਂ ਬਿਜ਼ਨਸ ਦੀ ਲਿਸਟ ਮੰਗੇ ਜਾਣ ਤੇ ਮੁੱਖ ਮੰਤਰੀ ਨੇ ਜਤਾਇਆ ਇਤਰਾਜ਼ ਕਿ ਇਸ ਸੈਸ਼ਨ ਸੱਦਣ ਤੋਂ ਪਹਿਲਾਂ ਰਾਜਪਾਲ ਦੀ ਮਨਜ਼ੂਰੀ ਮਹਿਜ਼ ਫਾਰਮੈਲਿਟੀ। ਅਗਲਾ ਗਵਰਨਰ ਕਹੇਗਾ ਭਾਸ਼ਣ ਵੀ ਪ੍ਰਵਾਨ ਕਰਾਓ। ਹੱਦ ਹੀ ਹੋ ਗਈ। ਜਲੰਧਰ ਤੋਂ ਬਾਅਦ ਕਪੂਰਥਲਾ ਦੇ ਵਿੱਚ ਆਮੋ ਸਾਹਮਣੇ ਹੋਏ ਪੁਲਿਸ ਤੇ ਆਪ ਦੇ ਲੀਡਰ ਮੰਜੂ ਰਾਣਾ ਨੇ ਸੁਨਿਆਰੇ ਦੀ ਦੁਕਾਨ ਦੀ ਪੁਲਿਸ ਨੂੰ ਨਹੀਂ ਲੈਣ ਦਿੱਤੀ ਤਲਾਸ਼ੀ। ਚੋਰੀ ਕਰਕੇ ਵੇਚੇ ਸਮਾਨ ਦੀ ਤਲਾਸ਼ੀ ਲੈਣ ਆਈ ਸੀ ਪੁਲਿਸ। ਹਰਿਆਣਾ ਗੁਰਦੁਆਰਾ ਐਕਟ ਨੂੰ ਮਾਨਤਾ ਦੇ ਖਿਲਾਫ ਹਮਲਾਵਰ ਐਸਜੀਪੀਸੀ ਧਾਮੀ ਬੋਲੇ ਖਾਲਸਾ ਪੰਥ ਤੇ ਬਲੂ ਸਟਾਰ ਤੋਂ ਵੀ ਵੱਡਾ ਹਮਲਾ। ਫੈਸਲਾ ਸੁਣਾਉਣ ਵਾਲੀ ਬੈਂਚ ਦਾ ਇੱਕ ਜੱਜ ਹੈ ਆਰਐਸਐਸ ਦੇ ਨਾਲ ਸੰਬੰਧਿਤ। ਸੀਐਮ ਮਨੋਹਰ ਲਾਲ ਨੂੰ ਮਿਲਿਆ ਹਰਿਆਣਾ ਦੇ ਸਿੱਖਾਂ ਦਾ ਵਫਦ। ਐਸਡੀਐਮਸੀ ਨੂੰ ਕਾਨੂੰਨੀ ਮਾਨਤਾ ਦਿਵਾਉਣ ਦੇ ਲਈ ਕੀਤਾ ਧੰਨਵਾਦ। ਐਸਜੀਪੀਸੀ ਦੇ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਨੂੰ ਦੱਸਿਆ ਬੇਲੋੜਾ ਵਿਵਾਦ। ਸੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਕੁਰੂਕਸ਼ੇਤਰ ਦੇ ਵਿੱਚ ਕਿਸਾਨਾਂ ਦਾ ਧਰਨਾ। ਕੱਲ ਤੋਂ ਜਾਮ ਕੀਤਾ ਹੋਇਆ ਦਿੱਲੀ ਅੰਮ੍ਰਿਤਸਰ ਹਾਈਵੇ। ਰਾਤ ਨੂੰ ਵੀ ਡਟੇ ਰਹੇ ਕਿਸਾਨ। ਕੈਪਟਨ ਨੂੰ ਸਿਸਵਾ ਫਾਰਮ ਹਾਊਸ ਤੇ ਅਸ਼ਵਨੀ ਸ਼ਰਮਾ ਦੀ ਅਗਵਾਈ ਦੇ ਵਿੱਚ ਮਿਲਿਆ ਬੀਜੇਪੀ ਦਾ ਵਫਦ। ਕੈਪਟਨ ਨੂੰ ਬੀਜੇਪੀ ਦਫ਼ਤਰ ਆਉਣ ਦਾ ਦਿੱਤਾ ਸੱਦਾ। ਸਾਬਕਾ ਸੀਐਮ ਬੋਲੇ ਤੁਸੀਂ ਪ੍ਰੋਗਰਾਮ ਰੱਖੋ, ਮੈਂ ਹਰ ਪ੍ਰੋਗਰਾਮ ਦੇ ਵਿੱਚ ਹੋਵਾਂਗਾ ਸ਼ਾਮਲ। ਅੱਜ ਫਰੀਦਕੋਟ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ। ਸਵੇਰੇ 10 ਵਜੇ ਬਾਬਾ ਫਰੀਦ ਮੇਲੇ ਦੇ ਵਿੱਚ ਭਰਨਗੇ ਹਾਜ਼ਰੀ। ਟਿੱਲਾ ਬਾਬਾ ਫਰੀਦ ਤੇ ਹੋਣਗੇ ਨਤਮਸਤਕ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਉਮੀਦ ਹੈ ਤੁਸੀਂ ਸਾਰੇ ਖੈਰਿਅਤ ਦੇ ਨਾਲ ਹੋਵੋਗੇ। ਖਬਰਾਂ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ 27 ਤਰੀਕ ਵਾਲੇ ਸੈਸ਼ਨ ਤੋਂ। 27 ਵਾਲੇ ਸੈਸ਼ਨ ਤੇ ਵੀ ਦੱਸਦੀ ਕਿ ਸਸਪੈਂਸ ਬਰਕਰਾਰ ਹੈ। ਸੈਸ਼ਨ ਤੋਂ ਪਹਿਲਾਂ ਰਾਜਪਾਲ ਨੇ ਬਿਜ਼ਨਸ ਡਿਟੇਲ ਮੰਗੀ ਹੈ। ਰਾਜਪਾਲ ਨੇ ਵਿਧਾਨ ਸਭਾ ਸਕੱਤਰ ਤੋਂ ਇਹ ਡਿਟੇਲ ਮੰਗੀ ਹੈ ਔਰ ਸੈਸ਼ਨ ਦੀ ਅਪਰੂਵਲ ਤੋਂ ਪਹਿਲਾਂ ਇਹ ਡਿਟੇਲ ਮੰਗੀ ਗਈ ਹੈ। ਬਿਜ਼ਨਸ ਡਿਟੇਲ ਮੰਗੀ ਗਈ ਹੈ। ਰਾਜਪਾਲ ਦੇ ਵੱਲੋਂ ਦੱਸਦੀ ਕਿ ਬਿਜ਼ਨਸ ਡਿਟੇਲ ਮੰਗੇ ਜਾਣ ਤੇ ਸੀਐਮ ਦਾ ਬਿਆਨ ਵੀ ਸਾਹਮਣੇ ਆਇਆ। ਸੈਸ਼ਨ ਤੋਂ ਪਹਿਲਾਂ ਰਾਜਪਾਲ ਦੀ ਮਨਜ਼ੂਰੀ ਮਹਿਜ਼ ਇੱਕ ਰਸਮ ਹੈ, ਇੱਕ ਫਾਰਮੈਲਿਟੀ ਹੈ, ਇਹ ਸੀਐਮ ਦਾ ਕਹਿਣਾ ਹੈ ਔਰ 75 ਸਾਲ ਦੇ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਸੈਸ਼ਨ ਤੋਂ ਪਹਿਲਾਂ ਕਿਸੇ ਰਾਜਪਾਲ ਨੇ ਬਿਜ਼ਨਸ ਨਹੀਂ ਪੁੱਛਿਆ ਔਰ ਅਸੈਂਬਲੀ ਬਿਜ਼ਨਸ ਸਪੀਕਰ ਤੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਬਣਾਉਂਦੀ ਹੈ। ਸੋ ਅਗਲਾ ਗਵਰਨਰ ਭਾਸ਼ਣ ਮਨਜ਼ੂਰ ਕਰਾਉਣ ਦੇ ਲਈ ਕਹੇਗਾ। ਇਹ ਤਾਂ ਹੱਦ ਹੀ ਹੋ ਗਈ। ਸੋ ਸੀਐਮ ਦਾ ਬਿਆਨ ਸਾਹਮਣੇ ਆਇਆ। ਦੱਸਦੀ ਕਿ ਉਸ ਵੇਲੇ ਤੋਂ ਰੇੜਕਾ ਸਾਹਮਣੇ ਆਇਆ ਜਦੋਂ ਇਸ ਤੋਂ ਪਹਿਲਾਂ ਸੈਸ਼ਨ ਸੱਦਿਆ ਗਿਆ ਸੀ। ਖਾਸ ਤੌਰ ਤੇ ਖਾਸ ਇਜਲਾਸ ਸੱਦਿਆ ਗਿਆ ਸੀ। ਮਸਲਾ ਸੀ ਆਖਰਕਾਰ ਆਪਰੇਸ਼ਨ ਲੋਟਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਭਰੋਸਗੀ ਮਤਾ ਲਿਆਉਣ ਨੂੰ ਲੈ ਕੇ ਕਿਹਾ ਗਿਆ ਸੀ ਤਾਂ ਉਸ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੈਸ਼ਨ। ਤਾਂ ਹੁਣ ਫਿਰ ਦੁਬਾਰਾ ਤੋਂ 27 ਤਰੀਕ ਨੂੰ ਸੈਸ਼ਨ ਰੱਖਿਆ ਗਿਆ ਪਰ ਉਸ ਤੋਂ ਪਹਿਲਾਂ ਵੀ ਬਿਜ਼ਨਸ ਡਿਟੇਲ ਮੰਗਣ ਤੇ ਇਹ ਬਿਆਨ ਸਾਹਮਣੇ ਆਇਆ। ਤਾਂ ਸੀਐਮ ਦੇ ਵੱਲੋਂ ਟਵੀਟ ਕੀਤਾ ਗਿਆ ਔਰ ਲਿਖਦੇ ਨੇ ਵਿਧਾਨ ਸਭਾ ਦੇ ਕਿਸੇ ਵੀ ਸੈਸ਼ਨ ਤੋਂ ਪਹਿਲਾਂ ਸਰਕਾਰ ਨੂੰ ਰਾਜਪਾਲ ਦੀ ਸਹਿਮਤੀ ਰਸਮੀ ਹੁੰਦੀ ਹੈ। 75 ਸਾਲਾਂ ਦੇ ਦੌਰਾਨ ਕਿਸੇ ਵੀ ਰਾਜਪਾਲ ਨੇ ਸਰਕਾਰ ਨੂੰ ਸੈਸ਼ਨ ਬੁਲਾਉਣ ਤੋਂ ਪਹਿਲਾਂ ਕਦੇ ਵੀ ਵਿਧਾਨਕ ਕਾਰੋਬਾਰ ਦੀ ਸੂਚੀ ਨਹੀਂ ਪੁੱਛੀ ਹੈ। ਇਹ ਫੈਸਲਾ ਬੀਐਸਸੀ ਅਤੇ ਸਪੀਕਰ ਦੁਆਰਾ ਕੀਤਾ ਜਾਂਦਾ ਹੈ। ਅਗਲੀ ਸਰਕਾਰ ਸਾਰੇ ਭਾਸ਼ਣਾਂ ਦੀ ਪ੍ਰਵਾਨਗੀ ਵੀ ਰਾਜਪਾਲ ਤੋਂ ਲਿਆ ਕਰੇਗੀ। ਹੱਦ ਹੀ ਹੋ ਗਈ। ਸੋ ਇਹ ਟਵੀਟ ਕੀਤਾ ਗਿਆ। ਤਾਂ ਸਿੱਧੇ ਤੌਰ ਤੇ ਸੀਐਮ ਦੇ ਵੱਲੋਂ ਸਵਾਲ ਕੀਤਾ ਗਿਆ। ਉਧਰ ਬਰਿੰਦਰ ਢਿੱਲੋਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਹੈ ਔਰ ਕਿਹਾ ਜਾਂਦਾ ਹੈ ਸੱਪ ਨੂੰ ਸੱਪ ਲੜਿਆ ਜ਼ਹਿਰ ਕਿਨੂੰ ਚੜਿਆ। ਯਾਨੀ ਕਿ ਵਰਜ਼ਿਸ ਦਾ ਜ਼ਿਕਰ ਕਰ ਰਹੇ ਨੇ। ਬੀਜੇਪੀ ਵਰਜ਼ਿਸ ਦਾ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਦਾ ਜ਼ਿਕਰ ਕਰ ਰਹੇ ਨੇ। ਸੋ ਇਸ ਤੋਂ ਪਹਿਲਾਂ ਵੀ ਬਿਆਨਬਾਜ਼ੀ ਜਿਹੜੀ ਹੈ ਉਸ ਜਾਰੀ ਰਹੀ ਸੀ ਕਾਂਗਰਸ ਦੀ। ਤਾਂ ਹੁਣ ਇਸ ਤੇ ਵੀ ਲੈ ਕੇ ਬਰਿੰਦਰ ਢਿੱਲੋਂ ਦਾ ਬਿਆਨ ਸਾਹਮਣੇ ਆਇਆ। ਤਾਂ ਇਹ ਵੱਡਾ ਮਸਲਾ ਕਹਿ ਸਕਦੇ ਆ। ਸੈਸ਼ਨ ਤੋਂ ਪਹਿਲਾਂ ਰਾਜਪਾਲ ਦੇ ਵੱਲੋਂ ਬਿਜ਼ਨਸ ਡਿਟੇਲ ਮੰਗੀ ਗਈ ਹੈ ਕਿਉਂਕਿ 27 ਤਰੀਕ ਨੂੰ ਸੈਸ਼ਨ ਹੈ, ਮੰਗਲਵਾਰ ਨੂੰ ਸੈਸ਼ਨ ਹੈ। ਸੋ ਉਸ ਤੋਂ ਪਹਿਲਾਂ ਇਹ ਡਿਟੇਲ ਮੰਗਣ ਜਾਣ ਤੇ ਸੋ ਸਸਪੈਂਸ ਕਹਿ ਸਕਦੇ ਆ ਕਿ ਅਸੀਂ ਬਰਕਰਾਰ ਹੈ ਜਾਂ ਬਣ ਚੁੱਕਿਆ ਹੈ ਕਿਉਂਕਿ ਹੁਣ ਜੋ ਡਿਟੇਲ ਮੰਗੀ ਗਈ ਹੈ ਤਾਂ ਉਸ ਦੇ ਵਿੱਚ ਪਹਿਲਾਂ ਜ਼ਿਕਰ ਕੀਤਾ ਗਿਆ ਸੀ ਜੋ ਇਸ ਸੈਸ਼ਨ ਦਾ ਜ਼ਿਕਰ ਕੀਤਾ ਜਾਵੇ ਤਾਂ ਬਿਜਲੀ ਦੇ ਮੁੱਦੇ, ਪਰਾਲੀ ਦੇ ਮੁੱਦੇ ਔਰ ਹੋਰ ਮੁੱਦਿਆਂ ਦਾ ਜ਼ਿਕਰ ਕੀਤਾ ਸੀ ਸੀਐਮ ਭਗਵੰਤ ਮਾਨ ਨੇ ਕਿ ਇਹਨਾਂ ਮੁੱਦਿਆਂ ਨੂੰ ਲੈ ਕੇ ਸੈਸ਼ਨ ਬੁਲਾਇਆ ਗਿਆ ਔਰ ਇਸ ਦੇ ਵਿੱਚ ਕਹਿ ਸਕਦੇ ਆ ਕਿ ਉਹਨਾਂ ਨੇ ਇਹ ਜ਼ਿਕਰ ਨਹੀਂ ਕੀਤਾ
कि भरोसगी मता लैके आंदा जाएगा कि नहीं लैके आंदा जाएगा, क्योंकि पहला जिहड़ा खास इजलास सी सिर्फ ते सिर्फ भरोसगी मते नूं लैके सद्दिया गया सी। वो इजलास रद्द करन दा ही जिहड़ा कारण कह सकते हैं, एक टैक्नीकल इशू दस्सिया गया सी कि इस तरह दे नाल कोई भरोसगी मता खास पाउण दे लई इह सैशन नहीं बुलाया जा सकदा। सो जिस तो बाद बिजली दा पराली दा मुद्दा इन्हां मुद्दिआं नूं लैके सैशन सद्दिया गया तां हुण उस ते बिजनेस डिटेल मंग ली गई है। हालांकि सीएम दा वल्लों बयान भी आ गया ते हुण देखना होएगा कि आखिरकार डिटेल दित्ती जांदी है नहीं दित्ती जांदी, इस ते अजे बरकरार है। पर लगातार इस मुद्दे नूं लैके सियासत जरूर गरमाई है, सियासत दे विच गरमाहट जरूर है, बयानबाजियां दा भी दौर जारी सी लगातार। तां हुण इस ते भी सस्पेंस जिहड़ा बरकरार हो गया क्योंकि सीएम दे वल्लों ट्वीट कीता गया। अगे वधदे हां तां जलंधर तो बाद हुण कपूरथला दे विच विवाद नजर आया। पुलिस अते आम आदमी पार्टी दी लीडर मंजू राणा दे विच तकरार नजर आई है। सुनियारे दी दुकान दी तलाशी नूं लैके विवाद होया सारा। मंजू राणा ने दुकान दी तलाशी नहीं लैण दित्ती। मंजू राणा दा नजदीकी सी दुकानदार, यह भी जानकारी सामने आई है। एक चोर ने दस्सी कि दुकान ते सोना वेचिया सी, क्योंकि सोने दीयां चोरियां अमूमन तौर ते वध चुकियां ने। सो जिस तो बाद चैकिंग करन आई सी पुलिस, उसे संबंध दे विच पुलिस ने तलाशी लैनी सी और तलाशी जिहड़ी है वो नहीं लैण दित्ती गई। तस्वीरां भी मौके दीयां सामने आईयां ने किस तरह दे नाल तकरारबाजी हुई है। सो जलंधर तो बाद कपूरथला दे विच छड़ के आ जाती है रबड़ रोज नाम चाहिए बाद एंट्रियां पाते हैं। पुलिस फाइल क्यों नहीं खोल रहे? क्योंकि इन्हें कोई चोरी की कोई जिम्मनी नहीं। इतों उठना 4 दुकान तो बाद लाला फिर और फड़ ले घेर लेना भी तेरी दुकान ते भी क्या है सामान चोरी का। कोई डीवीआर लाई है, डीवीआर खोली, इन्हों को कोई सर्च वारंट नहीं, इन्हों को कोई अरेस्ट वारंट नहीं है। 457 का पर्चा किया जाए क्योंकि इन्होंने आके मुंडे का मोबाइल भी खोया वा। डीवीआर भी इन्होंने लाई है, इन्हों को कोई जिम्मनी नहीं, कोई इन्हों को परमिशन नहीं दुकान चेंटर। अगे वधदे हां तां मुलजमां नूं पेश करन दे विच देरी ते मानसा पुलिस दी फजीहत नजर आई है। जज दी कोठी दे अगे 5 घंटे दस्सी कि पुलिस खड़ी रही है। मुलजमां नूं 3 घंटे की देरी दे नाल पुलिस लैके आई है और दीपक मुंडी दे सने 3 मुलजमां दी पेशी सी और जिस दे दौरान यह सारा विवाद होया। 2 बजे की पेशी का समा सी पर 5 बजे तो बाद पुलिस पहुंची है। सो जिसते जज ने पेशी के लिए इंतजार करवाया और जज दलजीत कौर ने SSP मानसा नूं सम्मन भी किया। सूत्रों के मुताबिक भी जानकारी सामने आई है कि इस दे बाबत सम्मन किया गया। जज ने 3 घंटे देरी करने वाले अफसरों के खिलाफ एक्शन के लिए किया। इस सब तो बाद करीब 9 बजे मुलजमां की पेशी हो सकी है। जज ने दीपक मुंडी दे सने 3 मुलजमां नूं 4 अक्तूबर तक जुडिशियल रिमांड ते भी भेज दिता। सो अमृतसर पुलिस लेना चाहती सी ट्रांजिट रिमांड पर मुड़ना पिया बेरंग। यह भी जानकारी सामने आई कि ट्रांजिट रिमांड मंगया गया सी अमृतसर पुलिस के वालों पर बेरंग मुड़ना पिया। पर सब तो वड्डा मसला है कि पेशी नूं लैके हाई वोल्टेज ड्रामा सी कह सकते हैं कि सानूं वेखण नूं मिलिया। जिस तरह दे नाल सम्मन तक जारी हो चुके हैं इस मामले दे विच, क्योंकि मुलजमां नूं पेश करन दे लई देरी ते मानसा पुलिस दी फजीहत नजर आई। सब तो बाद दसदी कि करीब 9 बजे मुलजमां की पेशी हो सकी और जज ने हालांकि रिमांड भी दे दिता। पर सब तो वड्डा मसला इत्थे आखिरकार यह है कि 2 बजे पेशी का समा सी पर 5 बजे तो बाद पुलिस पहुंची है, जिससे जज ने पेशी के लिए इंतजार करवाया और जज दलजीत कौर के वालों SSP मानसा नूं सम्मन भी जारी कर दिता गया। सूत्रों के हवाले तो खबर सामने आई है जज ने 3 घंटे देरी के नाल अफसरों के खिलाफ एक्शन के लिए किया और इस सब तो बाद करीब 9 बजे यह पेशी हुई है। तो जज ने इन्हां नूं 4 अक्तूबर तक जुडिशियल रिमांड से भी भेज दिता है। अमृतसर पुलिस दसदी कि ट्रांजिट रिमांड लेना चाहती सी पर उन्होंने बेरंग परतना पिया। तो जज दलजीत कौर का जिक्र किया जाए तो उन्होंने वालों SSP मानसा नूं सम्मन जारी कर दिते गए हैं। हालांकि कारण अजे तक सामने नहीं आया आखिरकार की कुछ कारण रहा है पेशी ते देरी नाल पहुंचण दे। अगे वधदे तां गैंगस्टर लॉरेंस बिश्नोई की पेशी है अज और बठिंडा कोर्ट दे विच पुलिस पेश करेगी। अज खत्म हो रहा 12 दिन का रिमांड। 12 दिन का रिमांड लॉरेंस बिश्नोई का खत्म हो रहा है। कारोबारी तो रंगदारी मंगण और घर से हमले का यह सारा मामला है। सो दस दईए कि लॉरेंस बिश्नोई नूं दिल्ली की तिहाड़ जेल तो लिया गया सी। पहला ट्रांजिट रिमांड लिया गया सी, उस तो बाद पेश करके रिमांड जिहड़े ने लगातार लए जा रहे हैं। पहला सिद्धू मूसेवाला कतलकांड दे विच तां उस तो बाद वख-वख होर सारे मामले जिहड़े पंजाब दे विच वख-वख जिलिਆਂ दे विच दर्ज ने और उन्हां ते वख-वख पुलिस जिहड़ी है वो लै चुकी है लॉरेंस बिश्नोई दा रिमांड। दस्सी कि हुशियारपुर पुलिस का जिक्र किया जाए, अमृतसर पुलिस
ਦਾ ਜ਼ਿਕਰ ਕੀਤਾ ਜਾਏ ਤੇ ਹੋਰ ਪੁਲਿਸ ਜ਼ਿਲ੍ਹਿਆਂ ਦੀ ਜਿਹੜੀ ਹੈ ਉਹ ਰਿਮਾਂਡ ਲੈ ਚੁੱਕੀ ਹੈ ਤਾਂ ਹੁਣ ਬਠਿੰਡਾ ਕੋਰਟ ਦੇ ਵਿੱਚ ਦੱਸਦੀ ਕਿ ਪੇਸ਼ ਕੀਤਾ ਜਾਣਾ ਹੈ ਕਿਉਂਕਿ ਬਠਿੰਡਾ ਪੁਲਿਸ ਦੇ ਕੋਲ ਇਸ ਵੇਲੇ ਰਿਮਾਂਡ ਤੇ ਲਾਰੈਂਸ ਬਿਸ਼ਨੋਈ। ਹਾਲਾਂਕਿ ਲਗਾਤਾਰ ਸੀਆਈਏ ਸਟਾਫ ਖਰੜ ਦੇ ਵਿੱਚ ਹੀ ਰੱਖਿਆ ਗਿਆ ਸੁਰੱਖਿਆ ਦੇ ਕਾਰਨਾਂ ਕਰਕੇ, ਪਰ ਹੁਣ ਵੇਖਣਾ ਹੋਏਗਾ ਕਿ 12 ਦਿਨ ਦੇ ਰਿਮਾਂਡ ਤੋਂ ਬਾਅਦ ਜਦੋਂ ਪੇਸ਼ੀ ਅੱਜ ਤਾਂ ਅੱਗੇ ਕੀ ਕੁਝ ਕਾਰਵਾਈ ਕੋਰਟ ਦੀ ਰਹਿੰਦੀ ਹੈ, ਕੀ ਕੁਝ ਹੁਕਮ ਸੁਣਾਏ ਜਾਂਦੇ ਨੇ। ਤਾਂ ਕਾਰੋਬਾਰੀ ਤੋਂ ਰੰਗਦਾਰੀ ਮੰਗਣ ਤੇ ਘਰ ਤੇ ਹਮਲੇ ਦਾ ਇਹ ਸਾਰਾ ਮਾਮਲਾ ਸੀ, ਜਿਸ ਮਾਮਲੇ 'ਚ ਫਿਲਹਾਲ ਰਿਮਾਂਡ ਭੁਗਤ ਰਿਹਾ ਸੀ ਲਾਰੈਂਸ ਬਿਸ਼ਨੋਈ। ਤਾਂ ਲਾਰੈਂਸ ਦੇ ਵਕੀਲ ਦਾ ਵੱਡਾ ਦਾਅਵਾ ਵੀ ਹੈ ਕਿ ਪੇਸ਼ੀ ਦੇ ਦੌਰਾਨ ਲਾਰੈਂਸ ਤੇ ਹਮਲਾ ਹੋ ਸਕਦਾ ਹੈ। ਸਾਨੂੰ ਲਾਰੈਂਸ ਤੇ ਹਮਲੇ ਤੇ ਇਨਪੁਟ ਮਿਲੇ ਨੇ। ਵਕੀਲ ਦਾ ਵੱਡਾ ਦਾਅਵਾ ਹੈ ਭੱਜਣ ਦਾ ਬਹਾਨਾ ਲਾ ਕੇ ਐਨਕਾਊਂਟਰ ਕੀਤਾ ਜਾ ਸਕਦਾ ਹੈ, ਵਿਰੋਧੀ ਗੈਂਗ ਨੂੰ ਹਮਲਾ ਕਰਨ ਦਾ ਮੌਕਾ ਦਿੱਤਾ ਜਾ ਸਕਦਾ ਹੈ। ਸੋ ਬਠਿੰਡਾ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਲਾਰੈਂਸ ਬਿਸ਼ਨੋਈ। ਤਾਂ ਲਗਾਤਾਰ ਇਨਪੁਟਸ ਜਿਹੜੀਆਂ ਨੇ ਉਹ ਪੁਲਿਸ ਨੂੰ ਵੀ ਮਿਲ ਰਹੀਆਂ ਨੇ, ਲਗਾਤਾਰ ਇਨਪੁਟਸ ਜਿਹੜੀਆਂ ਨੇ ਉਹ ਆ ਰਹੀਆਂ ਨੇ ਪੰਜਾਬ ਦੇ ਵਿੱਚ ਕਿ ਆਖਰਕਾਰ ਹਮਲਾ ਹੋ ਸਕਦਾ। ਤਾਂ ਪਿਛਲੇ ਦਿਨਾਂ ਦੇ ਵਿੱਚ ਸੁਰੱਖਿਆ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੀ, ਬੇਸ਼ੱਕ ਲਾਰੈਂਸ ਬਿਸ਼ਨੋਈ ਹੋਵੇ ਜਾਂ ਫਿਰ ਜੱਗੂ ਭਗਵਾਨਪੁਰੀਆ ਹੋਏ। ਤਾਂ ਹੁਣ ਲਾਰੈਂਸ ਦੇ ਵਕੀਲ ਨੇ ਵੱਡਾ ਦਾਅਵਾ ਕੀਤਾ ਪੇਸ਼ੀ ਦੇ ਦੌਰਾਨ, ਦੱਸਦੀ ਕਿ ਲਾਰੈਂਸ ਤੇ ਹਮਲਾ ਹੋ ਸਕਦਾ ਹੈ, ਦਾਅਵਾ ਕੀਤਾ ਗਿਆ ਔਰ ਸਾਨੂੰ ਲਾਰੈਂਸ ਤੇ ਹਮਲੇ ਦੇ ਇਨਪੁਟ ਮਿਲੇ ਨੇ। ਇਹ ਵੀ ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ ਭੱਜਣ ਦਾ ਬਹਾਨਾ ਲਾ ਕੇ ਐਨਕਾਊਂਟਰ ਕੀਤਾ ਜਾ ਸਕਦਾ ਹੈ, ਵਿਰੋਧੀ ਗੈਂਗ ਨੂੰ ਹਮਲਾ ਕਰਨ ਦਾ ਮੌਕਾ ਦਿੱਤਾ ਜਾ ਸਕਦਾ ਹੈ। ਯਾਨੀ ਕਿ ਦੋ ਤਰੀਕਿਆਂ ਦੇ ਨਾਲ ਇਹ ਕਾਰਵਾਈ ਹੋ ਸਕਦੀ ਹੈ, ਵਕੀਲ ਦੇ ਵੱਲੋਂ ਖਦਸ਼ਾ ਜਤਾਇਆ ਗਿਆ। मेरे क्लाइंट लॉरेंस बिश्नोई जो पिछले 13 जून से पंजाब पुलिस की कस्टडी में है और पिछले 12 दिन से पंजाब पुलिस ने बठिंडा की एक झूठी एफआईआर के अंदर में उनका रिमांड हासिल किया हुआ है। उनको लेके मेरे पास एक स्ट्रॉन्ग इंफॉर्मेशन इनपुट है कि पंजाब पुलिस एक कॉन्स्पिरेसी के तहत जब कल बठिंडा का रिमांड खत्म होने के बाद उनको कल 24 तारीख को बठिंडा कोर्ट में प्रोड्यूस करेगी तो उनके साथ कोई ना कोई मिसहैपनिंग की जाएगी। पंजाब पुलिस एक कॉन्स्पिरेसी के तहत अपने ही आदमियों को वहां पे कुछ एजेंसी के लोगों के साथ में इन्वॉल्व करके ये दिखाने की कोशिश करेगी कि मेरे क्लाइंट लॉरेंस बिश्नोई ने कस्टडी से भागने की कोशिश की और उनका फेक अकाउंट किया जा सकता है। इसके अलावा वो सिक्योरिटी ब्रीच कर सकती है और राइवल गैंग्स को मौका दिया जा सकता है कि वो किसी तरीके से मेरे क्लाइंट लॉरेंस बिश्नोई पे हमला करके उसको जान से मार दें। पूरी पंजाब पुलिस को एक अवेयर करना चाहता हूं कि वो किसी प्रकार से इस बात के कोई भी एश्योरेंस को ब्रीच करने की कोशिश ना करे, नहीं तो उनको यहां पे कॉन्सिक्वेंसेस फेस करने पड़ेंगे। उनको इस बात का जवाब ऑनरेबल सुप्रीम कोर्ट के सामने 27 तारीख को देना पड़ेगा कि किस तरह से उनकी स्टोरी में लैप्स हुआ। ਅੱਗੇ ਵਧਦੇ ਤਾਂ ਕੁਰੂਕਸ਼ੇਤਰ ਦਾ ਜ਼ਿਕਰ ਕਰਾਂਗੇ ਜਿੱਥੇ ਕਿ ਕਿਸਾਨਾਂ ਦਾ ਧਰਨਾ ਜਾਰੀ ਹੈ। ਕੱਲ ਤੋਂ ਜਾਮ ਕੀਤਾ ਹੋਇਆ ਦਿੱਲੀ ਅੰਮ੍ਰਿਤਸਰ ਹਾਈਵੇ ਝੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਕਿਸਾਨਾਂ ਦਾ ਇਹ ਧਰਨਾ ਹੈ। ਪੂਰੀ ਰਾਤ ਹਾਈਵੇ ਤੇ ਹੀ ਡਟੇ ਰਹੇ ਨੇ ਕਿਸਾਨ ਔਰ ਪ੍ਰਸ਼ਾਸਨ ਦੇ ਨਾਲ ਦੱਸਦੇ ਕਿ 3 ਦੌਰ ਦੀ ਗੱਲਬਾਤ ਜਿਹੜੀ ਹੈ ਬੇਨਤੀਜਾ ਰਹੀ ਹੈ। 3 ਵਾਰ ਗੱਲਬਾਤ ਹੋਈ ਹੈ ਪਰ ਇਸ ਦੇ ਬਾਵਜੂਦ ਇਹ ਗੱਲਬਾਤ ਬੇਨਤੀਜਾ ਰਹੀ ਹੈ। ਤਾਂ ਮਸਲਾ ਹੈ ਕਿਸਾਨਾਂ ਦਾ ਔਰ ਕਿਸਾਨ ਜਿਹੜੇ ਨੇ ਉਹ ਧਰਨੇ ਤੇ ਬੈਠੇ ਹੋਏ ਨੇ। ਹਾਲਾਂਕਿ ਮੌਸਮ ਦਾ ਜ਼ਿਕਰ ਕੀਤਾ ਜਾਏ ਮੌਸਮ ਠੀਕ ਨਹੀਂ ਹੈ। ਬੀਤੇ 2-3 ਦਿਨਾਂ ਤੋਂ ਲਗਾਤਾਰ ਜਿਹੜੀ ਰੁਕ ਕੇ ਬਰਸਾਤ ਪੈ ਰਹੀ ਹੈ। ਤਾਂ ਉਸ ਤੋਂ ਬਾਅਦ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕੁਰੂਕਸ਼ੇਤਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਦਾ ਧਰਨਾ ਰਾਤ ਨੂੰ ਵੀ ਜਾਰੀ ਰਿਹਾ। ਕੱਲ ਤੋਂ ਦੱਸ ਦਈਏ ਕਿ ਦਿੱਲੀ ਅੰਮ੍ਰਿਤਸਰ ਹਾਈਵੇ ਜਾਮ ਕੀਤਾ ਹੋਇਆ ਹੈ। ਤਾਂ ਸੁਭਾਵਿਕ ਤੌਰ ਤੇ ਕਿੰਨਾ ਵੱਡਾ ਆਵਾਜਾਈ ਤੇ ਅਸਰ ਪੈ ਰਿਹਾ ਹੋਏਗਾ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਤਾਂ ਝੋਨੇ ਦੀ ਸਰਕਾਰੀ ਖਰੀਦ ਹੈ ਜਿਸ ਨੂੰ ਲੈ ਕੇ ਕਿਸਾਨਾਂ ਦਾ ਇਹ ਧਰਨਾ ਔਰ ਪੂਰੀ ਰਾਤ ਹਾਈਵੇ ਤੇ ਡਟੇ ਰਹੇ ਨੇ ਕਿਸਾਨ। ਸੋ ਦਿੱਲੀ ਅੰਮ੍ਰਿਤਸਰ हाईवे जाम किया हुआ। अशोक यादव ने फोन लाइन पे कुरुक्षेत्र तो। अशोक, क्या कुछ आपके पास जानकारी? देर रात तक ये धरना चलता रहा है, क्या कुछ और जानकारी प्रशासन की ओर से? और अब सुबह हो चुकी है, अभी तक लगातार धरना जारी है। बार बार यही मांग है कि धान की सरकारी खरीद शुरू की जाए, मगर वहीं प्रदेश सरकार कह रही है कि 1 अक्टूबर से धान की सरकारी खरीद शुरू होगी। इसको लेकर जो देश का नंबर 1 जिसे कहा जा सकता है दिल्ली अमृतसर नेशनल हाईवे वो पूरी तरह से जाम पड़ा हुआ है और कहीं ना कहीं इसका जो बुरा प्रभाव पड़ रहा है वो आने जाने वाले लोगों को पड़ रहा है। हजारों लोग जिनको जरूरी काम होता है वो दिल्ली जाते हैं और ना जाने कितने लोग जिनको कोई इलाज के लिए चंडीगढ़ पीजीआई जाना होता है उनको जाना होता है, मगर इस जाम की वजह से बड़ी दिक्कतों का सामना करना पड़ रहा है। और जगह जगह से यानी कि कहा जा सकता है अम्बाला के पास से रूट को डाइवर्ट किया गया है और इधर
दिल्ली से आने वाले लोगों के लिए करनाल के पास से रूट को डाइवर्ट किया गया है। जाहिर है जब किसान इतने भारी संख्या में जो नेशनल हाईवे दिल्ली अमृतसर नेशनल हाईवे वहां पर बैठे हुए हैं तो लोगों को भारी दिक्कतों का सामना करना पड़ रहा है। और 3 दौर की प्रशासन के साथ कल बातचीत हुई, मगर वो बातचीत भी विफल रही। प्रशासन भी देर रात तक डटा रहा। जिले के तमाम अधिकारी, एसपी, डीसी और एसडीएम सहित तमाम अधिकारी, कृषि विभाग के अधिकारी भी डटे रहे। और तीनों दौर की बातचीत में जो अधिकारी है उन्होंने प्रदेश के तमाम जो हाई लेवल के अधिकारी हैं चंडीगढ़ में जो बैठते हैं जहां से निर्णय लिया जाता है, फैसला लिया जाता है, उनसे बातचीत भी करवाई, मगर कोई बातचीत सिरे नहीं चढ़ी। अब फिर जाहिर है कि 10 बजे के बाद एक बार फिर प्रशासन से बातचीत करेगा और उम्मीद निकल सकती है कि शायद कोई निर्णय निकल कर सामने आए। मगर एक ही मांग है कि धान की जब तक सरकारी खरीद शुरू नहीं होगी तब तक किसान जीटी रोड से नहीं उठेंगे। जी ठीक है अशोक, धन्यवाद तमाम जानकारी के लिए। ਤਾਂ इंतजार है कि आखिरकार कदों गलबात प्रशासन के नाल ਹੁੰਦੀ है। 10 ਵਜੇ ਦੇ ਕਰੀਬ ਕਿਹਾ ਜਾ ਰਿਹਾ ਹੈ ਇਹ ਮੁਲਾਕਾਤ ਹੋ ਸਕਦੀ ਹੈ, ਪਰ ਤਸਵੀਰਾਂ ਵੀ ਸਾਫ਼ ਤੌਰ ਤੇ ਜ਼ਾਹਿਰ ਨੇ ਕਿ ਦੇਰ ਰਾਤ ਤੱਕ ਕਿਸ ਤਰ੍ਹਾਂ ਦੇ ਨਾਲ ਇਹ ਧਰਨਾ ਚੱਲਦਾ ਰਿਹਾ ਔਰ ਨੈਸ਼ਨਲ ਹਾਈਵੇ दिल्ली अमृतसर जो हाईवे है पूरी तरह से किसानों ने जाम किया हुआ है। किसानों की मांग है कि जो धान की सरकारी खरीद शुरू की जाए। ये देखिए बिल्कुल सामने किसान बैठे हुए हैं। ਇਹ ਤਸਵੀਰਾਂ ਦਿੱਲੀ ਅੰਦੋਲਨ ਦੀਆਂ ਨਹੀਂ ਕੁਰੂਕਸ਼ੇਤਰ ਦੀਆਂ ਨੇ। ਉਹ ਧਰਤੀ ਜਿੱਥੇ ਮਹਾਭਾਰਤ ਦਾ ਯੁੱਧ ਹੋਇਆ ਹੁਣ ਕਿਸਾਨਾਂ ਅਤੇ ਪੁਲਿਸ ਦੀਆਂ ਝੜਪਾਂ ਦੀ ਗਵਾਹ ਬਣੀ ਹੈ। ਸਥਿਤੀ ਦਿੱਲੀ ਅੰਦੋਲਨ ਵਰਗੀ, ਪਰ ਮੰਗ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਦੀ। ਵਰਦੇ ਵਿੱਚ ਕਿਸਾਨ ਅਤੇ ਪੁਲਿਸ ਆਮੋ ਸਾਹਮਣੇ ਸੀ। ਕਿਸਾਨਾਂ ਨੇ ਪਹਿਲਾਂ ਤਕਰੀਰਾਂ ਕੀਤੀਆਂ ਅਤੇ ਫਿਰ ਗੱਲ ਤਕਰਾਰ ਤੇ ਪਹੁੰਚ ਗਈ। ਕਿਸਾਨ ਜਿਹੜੇ ਪਹਿਲਾਂ ਹੀ ਦਿੱਲੀ ਅੰਮ੍ਰਿਤਸਰ ਹਾਈਵੇ ਜਾਮ ਕਰੀ ਬੈਠੇ ਸੀ, ਟਰੈਕਟਰਾਂ ਸਣੇ ਪੁਲਿਸ ਨਾਲ ਭਿੜ ਗਏ ਤੇ ਇਲਜ਼ਾਮ ਲਾਏ ਗੱਲਬਾਤ ਤੋਂ ਬਾਅਦ ਵੀ ਖਰੀਦ ਸ਼ੁਰੂ ਨਾ ਕਰਵਾਉਣ ਦੇ। और इस दरमियान कल शाम से लेकर 5-6 दौर की बात भी हुई है, लेकिन प्रशासन या सरकार अपनी हठ धर्मता पर अड़ी हुई है। तो हम तो नहीं चाहते थे कि आम जनता परेशान हो, जीटी रोड जाम करे, लेकिन सुबह से लेकर 5 बार प्रशासन ने समय मांग लिया है। समय देने के बावजूद भी अब कोई हाँ या ना में जवाब नहीं आया। तो हमारे पास रास्ता ही केवल जीटी रोड था जिसकी हमने काल दे रखी थी। ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਆਗੂ ਗੁਰਨਾਮ ਸਿੰਘ ਚੜੂਨੀ ਵੀ ਇਸ ਅੰਦੋਲਨ 'ਚ ਪਹੁੰਚੇ ਅਤੇ ਪ੍ਰਸ਼ਾਸਨ ਨੂੰ ਝੋਨੇ ਦੀ ਖਰੀਦ ਸ਼ੁਰੂ ਨਾ ਕੀਤੇ ਜਾਣ ਤੱਕ ਹਾਈਵੇ ਜਾਮ रखने का अल्टीमेटम दिता। नहीं, उसमें कोई ज़्यादा बात नहीं हुई है। उसमें खाली इतनी बात हुई है कि भी हम प्रयास कर रहे हैं, हमारी बातचीत ऊपर जारी है। और अगर वो अधिकारी आपको बुलाना चाहें, आपसे मीटिंग करना चाहें, क्या आप कर सकते हो? तो हमने कहा कि ठीक है, लोगों के हम राय कर लेंगे। हमारा प्लस में है कि हम बातचीत कभी नहीं तोड़। ਅਸਲ 'ਚ ਕਿਸਾਨਾਂ ਦਾ ਇਲਜ਼ਾਮ ਹੈ ਕਿ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਾਰਨ ਉਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਸਰਕਾਰ ਝੋਨਾ ਨਹੀਂ ਚੁੱਕ ਰਹੀ ਅਤੇ ਦੂਜਾ ਮੀਂਹ ਦੀ ਮਾਰ ਵੀ ਕਿਸਾਨਾਂ ਤੇ ਪੈ ਰਹੀ ਹੈ, ਜਿਸ ਕਾਰਨ ਖੇਤਾਂ ਤੇ ਮੰਡੀਆਂ 'ਚ ਝੋਨਾ ਖਰਾਬ ਹੋ ਰਿਹਾ ਹੈ। ਕੁਰੂਕਸ਼ੇਤਰ ਤੋਂ ਅਸ਼ੋਕ ਯਾਦਵ, ਨਿਊਜ਼ 18 ਪੰਜਾਬ। ਅੱਗੇ ਵਧਦੇ ਹਾਂ ਤਾਂ ਗੱਲ ਕਰਾਂਗੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਲੈ ਕੇ ਵਿਵਾਦ ਦੀ, ਜੋ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰ ਰਹੀ ਹੈ, ਪਰ ਹੁਣ ਐਸਜੀਪੀਸੀ ਨੇ ਇਸ ਨੂੰ 1984 ਤੋਂ ਵੀ ਵੱਡਾ ਹਮਲਾ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ ਤਾਂ ਹਰਿਆਣਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਆਮੋ ਸਾਹਮਣੇ ਆ ਗਏ। ਸ਼੍ਰੋਮਣੀ ਅਕਾਲੀ ਦਲ ਸਣੇ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਸਿੱਖਾਂ ਦੇ ਅਧਿਕਾਰਾਂ ਤੇ ਹਮਲਾ ਦੱਸਿਆ, ਪਰ ਹੁਣ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਆਪਰੇਸ਼ਨ ਬਲੂ ਸਟਾਰ ਤੋਂ ਵੱਡਾ ਹਮਲਾ ਕਰਾਰਿਆ। ਧਾਮੀ ਮੁਤਾਬਕ ਫੈਸਲੇ ਰਾਹੀਂ ਖਾਲਸਾ ਪੰਥ ਦੀ ਰੂਹ ਤੇ ਹਮਲਾ ਕੀਤਾ ਗਿਆ। ਆ ਜਿਹੜਾ ਹਮਲਾ ਹੋਇਆ ਮੌਜੂਦਾ, ਇਹ ਬਲੂ ਸਟਾਰ ਤੋਂ ਕਿਤੇ ਕੋਹਾਂ ਹੋਰ ਭਾਰੂਗਾ ਸਾਡੇ ਤੇ। ਉਸ ਵੇਲੇ ਸਾਡੇ ਗੁਰਧਾਮਾਂ ਤੇ ਹਮਲੇ ਕੀਤੇ ਗਏ, ਸਿੱਖ ਨੇ ਨਵੇਂ ਬਣਾ ਲਏ, ਸਾਡੇ ਸਿੰਘ ਸ਼ਹੀਦ ਹੋ ਗਏ, ਸਿੱਖਾਂ ਨੇ ਰਲ ਮਿਲ ਕੇ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ। ਪਰ ਅੱਜ ਜਿਹੜਾ ਖਾਲਸੇ ਪੰਥ ਦੀ ਰੂਹ ਦੇ ਉੱਤੇ ਹਮਲਾ ਹੋਇਆ, ਇਹ ਅਤ ਨਿੰਦਣਯੋਗ ਆ। ਫੈਸਲੇ ਤੇ ਹੀ ਨਹੀਂ, ਫੈਸਲਾ ਸੁਣਾਉਣ ਵਾਲੇ ਜੱਜ ਤੇ ਵੀ ਇਤਰਾਜ਼ ਹੋਇਆ। ਹਰਜਿੰਦਰ ਸਿੰਘ ਧਾਮੀ ਨੇ ਜੱਜ ਨੂੰ ਆਰਐਸਐਸ ਦਾ ਕਾਰਕੁਨ ਦੱਸਿਆ। ਸੁਪਰੀਮ ਕੋਰਟ ਜਿਨ੍ਹਾਂ 2 ਜੱਜਾਂ ਨੇ ਹਰਿਆਣਾ ਕਮੇਟੀ ਐਕਟ ਦੀ ਮਾਨਤਾ ਦਿੱਤੀ ਹੈ, ਉਹਨਾਂ ਵਿੱਚੋਂ ਇੱਕ ਜੱਜ ਸਿੱਧੇ ਤੌਰ ਤੇ ਆਰਐਸਐਸ ਨਾਲ ਜੁੜਿਆ ਹੋਇਆ ਹੈ।
ਇਸ ਤੋਂ ਸਾਫ਼ ਜ਼ਾਹਰ ਹੈ ਕਿ ਇਹ ਫੈਸਲਾ ਕੇਵਲ ਨਿਆਂਪਾਲਿਕਾ ਦਾ ਨਹੀਂ ਬਲਕਿ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ। ਇਸ ਫੈਸਲੇ ਨਾਲ ਭਾਰਤੀ ਨਿਆਂ ਪ੍ਰਣਾਲੀ ਸਿੱਧੇ ਤੌਰ ਤੇ ਸ਼ੱਕ ਦੇ ਘੇਰੇ ਵਿੱਚ ਆਈ ਹੈ। ਹਾਲਾਂਕਿ ਫੈਸਲੇ ਤੇ ਇਤਰਾਜ਼ ਹੈ, ਪਰ ਨਿਊਜ਼ 18 ਨਾਲ ਗੱਲਬਾਤ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣਾ ਕਮੇਟੀ ਨੂੰ ਦੇਣ ਦੇ ਸੰਕੇਤ ਵੀ ਦਿੱਤੇ। ਤੋਂ ਪ੍ਰਬੰਧ ਦੇ ਵਿੱਚ ਸਾਨੂੰ ਕੋਈ ਖਟਾਕਸ਼ ਨਹੀਂ। ਅਸੀਂ ਤਾਂ ਚਾਹੁੰਦੇ ਵੀ ਡਿਊ ਕੋਰਸ ਆਫ ਲਾ ਢੰਗ ਤਰੀਕਾ ਅਪਣਾਇਆ ਜਾਵੇ। ਜੇ ਆਪਾਂ ਇਦਾਂ ਇੱਕ ਦੂਏ ਦੇ ਗਲ ਪੈ ਕੇ ਪ੍ਰਬੰਧ ਲਵਾਂਗੇ, ਗੁਰਦੁਆਰੇ ਦੀ ਮਰਿਆਦਾ ਜਿਹੜੀ ਉਲੰਘਣ ਹੁੰਦੀ ਆ। ਠੀਕ ਹੈ, ਅਸੀਂ ਤਾਂ ਨਹੀਂ, ਅਸੀਂ ਤਾਂ ਡਿਊ ਕੋਰਸ ਆਫ ਲਾ ਕੇ ਨੇ ਲੈਣ, ਉਹ ਸਾਡਾ ਕੋਈ ਝਗੜਾ ਨਹੀਂ ਇਸ ਗੱਲ ਦੇ ਨਾਲ। ਹਾਲਾਂਕਿ ਅਦਾਲਤ ਦੇ ਫੈਸਲੇ ਤੇ ਇਤਰਾਜ਼ ਹੈ, ਪਰ ਹੁਣ ਕਮੇਟੀ ਫੈਸਲਾ ਰੱਦ ਕਰਵਾਉਣ ਲਈ ਵੀ ਅਦਾਲਤ ਦਾ ਸਹਾਰਾ ਲੈਣ ਜਾ ਰਹੀ ਹੈ। ਮਾਮਲੇ 'ਚ ਰਿਵਿਊ ਪਟੀਸ਼ਨ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਲੀਗਲ ਤੌਰ ਦੇ ਉੱਤੇ ਅਸੀਂ ਬਿਲਕੁਲ ਰਿਵਿਊ ਪਟੀਸ਼ਨ ਪਾਉਣੀ ਆ ਸੀ ਜੀ। ਇਸ ਕਰਕੇ ਕੋਈ ਵੱਡੇ ਤੋਂ ਵੱਡਾ ਹੋਰ ਵੀ ਕਨਸਟੀਟਿਊਸ਼ਨਲ ਐਕਸਪਰਟ ਵੀ ਹੋਇਆ ਜੀ, ਉਹ ਵੀ ਅਸੀਂ ਹਾਇਰ ਕਰਾਂਗੇ। ਦੱਸੀਏ ਕਿ ਬੀਤੇ ਦਿਨੀ ਸੁਪਰੀਮ ਕੋਰਟ ਨੇ 2014 ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹਰਿਆਣਾ ਦੇ ਗੁਰੂ ਘਰਾਂ ਦਾ ਪ੍ਰਬੰਧ ਹਰਿਆਣਾ ਕਮੇਟੀ ਦੇ ਹੱਥਾਂ 'ਚ ਆ ਗਿਆ ਸੀ। ਪਰ ਸ਼੍ਰੋਮਣੀ ਕਮੇਟੀ ਇਸ ਫੈਸਲੇ ਨੂੰ ਲੈ ਕੇ ਲਗਾਤਾਰ ਇਤਰਾਜ਼ ਜਤਾ ਰਹੀ ਹੈ। ਚੰਡੀਗੜ੍ਹ ਤੋਂ ਨਪਿੰਦਰ ਬਰਾੜ, ਨਿਊਜ਼ 18 ਪੰਜਾਬ।